ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦਾ ਜਿਹੜਾ ਟੌਪਿਕ ਅਸੀਂ ਕਰਨ ਜਾ ਰਹੇ ਹਾਂ ਉਹ ਹੈ ਫੰਡਾਮੈਂਟਲ ਡਿਊਟੀਜ਼। ਪਿੱਛੇ ਅਸੀਂ ਫੰਡਾਮੈਂਟਲ ਰਾਈਟ ਅਤੇ DPSP ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਕਵਰ ਕਰ ਚੁੱਕੇ ਹਾਂ। ਦੇਖੋ ਫੰਡਾਮੈਂਟਲ ਰਾਈਟਸ ਅਤੇ DPSP ਅਤੇ ਜਿਹੜੇ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਕੀ ਜਿਹੜੇ ਡਿਫਰੈਂਸ ਨੇ ਆਪਾਂ ਇੱਕ ਵਾਰੀ ਥੋੜ੍ਹਾ ਜਿਹਾ ਫੇਰ ਦੇਖਦੇ ਹਾਂ ਇਹਦੀ ਉੱਪਰੋਂ। ਤਾਂ ਜਿਹੜੇ ਮੌਲਿਕ ਅਧਿਕਾਰ ਨੇ ਫੰਡਾਮੈਂਟਲ ਰਾਈਟ, ਇਹ ਸਾਡੇ ਰਾਈਟ ਨੇ। ਇਹਨਾਂ ਲਈ ਅਸੀਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵਿੱਚ ਜਾ ਕੇ ਪਹੁੰਚ ਕਰ ਸਕਦੇ ਹਾਂ। ਜੇਕਰ ਸਾਨੂੰ ਨਹੀਂ ਮਿਲੇ ਤਾਂ ਅਸੀਂ ਕਹਿਣ ਦਾ ਭਾਵ ਇਹਨਾਂ ਨੂੰ ਲਾਗੂ ਕਰਵਾ ਸਕਦੇ ਹਾਂ। ਅਤੇ ਦੂਸਰੇ ਪਾਸੇ ਜੋ ਕਿ DPSP ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਇਹ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਆ। ਜਿਸ ਤਰ੍ਹਾਂ ਉਹਦੀ ਹੌਲੀ ਹੌਲੀ ਡਿਵੈਲਪਮੈਂਟ ਹੁੰਦੀ ਆ ਤਾਂ ਉਹਨੇ ਆਪਣੇ ਆਪ ਹੌਲੀ ਹੌਲੀ ਨਾਗਰਿਕਾਂ ਨੂੰ ਦੇਣੇ ਹੁੰਦੇ ਆ। ਬਟ ਜੇਕਰ ਕਿਸੇ ਨਾਗਰਿਕ ਨੂੰ ਕੋਈ DPSP ਰਾਜਨੀਤੀ ਨਿਰਦੇਸ਼ਕ ਸਿਧਾਂਤ ਉਪਲਬਧ ਨਹੀਂ ਹੋ ਰਿਹਾ ਤਾਂ ਉਹ ਸੁਪਰੀਮ ਕੋਰਟ ਐਂਡ ਹਾਈ ਕੋਰਟ ਦੇ ਵਿੱਚ ਜਾ ਕੇ ਇਹਨਾਂ ਦੀ ਮੰਗ ਆ ਜਿਹੜੀ ਉਹ ਨਹੀਂ ਕਰ ਸਕਦਾ। ਤਾਂ ਸਿੱਧੇ ਜਿਹੇ ਰੂਪ ਵਿੱਚ ਆਪਾਂ ਕਹਿ ਦਈਏ ਕਿ ਇਹ ਜਿਹੜੇ ਹੈ ਨੇ ਉਹ ਸਰਕਾਰ ਦੇ ਇੱਕ ਫਰਜ਼ ਵੀ ਆਪਣੀ ਮਰਜ਼ੀ ਨਾਲ ਅਦਾ ਕਰਨੇ ਨੇ। ਜੇਕਰ ਕਰਤੇ ਤਾਂ ਚੰਗੀ ਗੱਲ ਆ, ਨਹੀਂ ਕੀਤੇ ਤਾਂ ਅਸੀਂ ਉਹਨਾਂ ਨੂੰ ਧੱਕੇ ਨਾਲ ਲਾਗੂ ਨਹੀਂ ਕਰਵਾ ਸਕਦੇ। ਅਤੇ ਇਸੇ ਤਰ੍ਹਾਂ ਅੱਜ ਦਾ ਜਿਹੜਾ ਆਪਾਂ ਟੌਪਿਕ ਕਰਨ ਜਾ ਰਹੇ ਹਾਂ ਮੌਲਿਕ ਕਰਤੱਵ, ਇਹਦੇ ਵਿੱਚ ਇਹ ਬਿਲਕੁਲ DPSP ਦੀ ਤਰ੍ਹਾਂ ਦੇ ਨੇ। DPSP ਦੀ ਤਰ੍ਹਾਂ ਕਿਵੇਂ ਨੇ? ਇਹ ਸਾਡੇ ਜਿਹੜੇ ਫਰਜ਼ ਨੇ, ਜਿਸ ਤਰ੍ਹਾਂ DPSP ਸਰਕਾਰ ਦੇ ਸਾਡੇ ਪ੍ਰਤੀ ਫਰਜ਼ ਨੇ, ਇਸੇ ਤਰ੍ਹਾਂ ਜਿਹੜੇ ਸਾਡੇ ਫਰਜ਼ ਨੇ, ਸਾਡੇ ਮੌਲਿਕ ਕਰਤੱਵ ਨੇ, ਉਹ ਸਾਡੇ ਸਰਕਾਰ ਪ੍ਰਤੀ ਫਰਜ਼ ਨੇ ਜਿਹੜੇ ਅਸੀਂ ਅਦਾ ਕਰਨੇ ਹੁੰਦੇ ਨੇ। ਤਾਂ ਇਸੇ ਕਰਕੇ ਜੇਕਰ ਅਸੀਂ ਫਰਜ਼ ਅਦਾ ਨਹੀਂ ਵੀ ਕਰਦੇ, ਜੇਕਰ ਅਸੀਂ ਆਪਣੇ ਮੌਲਿਕ ਕਰਤੱਵਾਂ ਦੀ ਪਾਲਣਾ ਨਹੀਂ ਵੀ ਕਰਦੇ ਤਾਂ ਸਰਕਾਰ ਆ ਜਿਹੜੀ ਉਹ ਸਾਨੂੰ ਇਹਨਾਂ ਨੂੰ ਲਾਗੂ ਕਰਵਾਉਣ ਲਈ, ਠੀਕ ਹੈ, ਤਾਂ ਸਾਡੇ 'ਤੇ ਧੱਕੇਸ਼ਾਹੀ ਜਿਹੜੀ ਉਹ ਨਹੀਂ ਕਰ ਸਕਦੀ, ਠੀਕ ਹੈ, ਜਾਂ ਕਾਨੂੰਨੀ ਸ਼ਕਤੀ ਆ ਜਿਹੜੀ ਉਹ ਨਹੀਂ ਵਰਤ ਸਕਦੀ। ਇਸ ਕਰਕੇ ਇਹ ਜਿਹੜੇ ਸਾਡੇ ਨੇ ਆਪਣੇ ਫਰਜ਼ ਨੇ ਜਿਹੜੇ ਕਿ ਅਸੀਂ ਆਪਣੇ ਅਦਾ ਕਰਨੇ ਹੁੰਦੇ ਨੇ। ਤਾਂ ਇੱਥੋਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਣਾ ਕਿ ਫੰਡਾਮੈਂਟਲ ਰਾਈਟ ਕੀ ਨੇ ਅਤੇ DPSP ਕੀ ਆ ਅਤੇ ਐਂਡ ਫੰਡਾਮੈਂਟਲ ਜਿਹੜੀਆਂ ਡਿਊਟੀਜ਼ ਨੇ ਉਹ ਸਾਡੀਆਂ ਕੀ ਨੇ। ਤਾਂ ਜਿਹੜਾ ਫੰਡਾਮੈਂਟਲ ਡਿਊਟੀਜ਼ ਨੇ ਇਹ ਸੰਵਿਧਾਨ ਦੇ ਕਿਹੜੇ ਪਾਰਟ ਦੇ ਵਿੱਚ ਆਉਂਦੀਆਂ ਨੇ? ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਦੇਖਣ ਜਾ ਰਹੇ ਹਾਂ। ਤਾਂ ਆਓ ਆਪਾਂ ਦੇਖਦੇ ਹਾਂ ਕੀ ਆ ਜਿਹੜੇ ਸਾਡੇ ਫੰਡਾਮੈਂਟਲ ਡਿਊਟੀਜ਼। ਤਾਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਮੌਲਿਕ ਅਧਿਕਾਰ, ਠੀਕ ਹੈ, ਫੰਡਾਮੈਂਟਲ ਡਿਊਟੀਜ਼ ਜਿਹੜਾ ਰਾਈਟ ਪੜ੍ਹਿਆ ਸੀਗਾ ਉਹ ਕਿਹੜੇ ਭਾਗ ਦੇ ਵਿੱਚ ਆਉਂਦਾ ਸੀ, ਜਾਂ ਫਿਰ DPSP ਜਿਹੜਾ ਕਿਸ ਭਾਗ ਦੇ ਵਿੱਚ ਆਉਂਦਾ ਸੀਗਾ, ਤਾਂ ਉਹ ਆਪਾਂ ਕਰ ਰਹੇ ਸੀ ਉੱਥੇ। ਅਤੇ ਅੱਜ ਆਪਾਂ ਗੱਲ ਕਰਦੇ ਹਾਂ ਭਾਰਤੀ ਸੰਵਿਧਾਨ ਦਾ ਜਿਹੜਾ ਭਾਗ ਆ ਉਹ 4A। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੱਥੇ 4A ਦੀ। ਤਾਂ 4A ਜਿਹੜਾ ਪਾਰਟ ਆ, ਠੀਕ ਹੈ, ਤਾਂ ਉਹ ਕਿਹੜੇ ਨਾਲ ਸੰਬੰਧਿਤ ਆ ਜੀ? ਮੌਲਿਕ ਕਰਤੱਵਾਂ ਦੇ ਨਾਲ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਸੰਵਿਧਾਨ ਦਾ ਭਾਗ ਆ ਜਿਹੜਾ 4A। ਤਾਂ ਜਿਹੜਾ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਸੰਵਿਧਾਨ ਦਾ ਭਾਗ ਸੀ ਉਹ ਕੀ ਸੀਗਾ ਜੀ? ਨੰਬਰ 3 'ਤੇ। ਉਸ ਤੋਂ ਬਾਅਦ ਆਪਾਂ ਕੀਤਾ ਸੀਗਾ DPSP ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਉਹ ਕੀਤਾ ਸੀਗਾ ਨੰਬਰ 4 'ਤੇ। ਪਰ ਹੁਣ ਤੁਸੀਂ ਦੇਖਦੇ ਹੋਵੋਗੇ 4 ਤੋਂ ਬਾਅਦ ਜਿਹੜਾ ਪਾਰਟ 5 ਕਿਉਂ ਨਹੀਂ ਆਇਆ? ਕਿਉਂਕਿ ਜਿਹੜੇ ਮੌਲਿਕ ਕਰਤੱਵ ਨੇ ਇਹ ਸੰਵਿਧਾਨ ਦੇ ਵਿੱਚ ਬਾਅਦ ਦੇ ਵਿੱਚ ਐਡ ਕੀਤੇ ਗਏ ਨੇ। ਕਿਉਂਕਿ ਜਦੋਂ ਸਾਡਾ ਸੰਵਿਧਾਨ ਬਣਿਆ ਸੀਗਾ ਉਦੋਂ ਇਹਦੇ ਵਿੱਚ ਕੋਈ ਫੰਡਾਮੈਂਟਲ ਡਿਊਟੀ ਦਾ ਜਿਹੜਾ ਉਹ ਜ਼ਿਕਰ ਨਹੀਂ ਕੀਤਾ ਗਿਆ ਸੀ। ਤਾਂ ਇਸ ਕਰਕੇ ਕੀ ਆ, ਇਹ ਸੰਵਿਧਾਨ ਦੇ ਵਿੱਚ ਬਾਅਦ ਦੇ ਵਿੱਚ ਐਡ ਕੀਤਾ। ਇਸ ਕਰਕੇ ਆਪਾਂ ਇਹਨੂੰ 4A ਦੇ ਵਿੱਚ ਰੱਖਿਆ ਗਿਆ ਗਾ, ਠੀਕ ਹੈ। ਨੈਕਸਟ ਜੇ ਤੁਹਾਨੂੰ ਕੋਈ ਗੱਲ ਪੁੱਛਦਾ, ਜਿਵੇਂ ਆਪਾਂ ਅੱਗੇ ਕਰ ਰਹੇ ਹਾਂ ਵੀ ਅੰਡਰ ਆਰਟੀਕਲ ਕਿੰਨੇ ਤੋਂ ਕਿੰਨੇ ਤੱਕ ਆਉਂਦੇ ਆ। ਜਿਵੇਂ ਆਪਾਂ ਗੱਲ ਕੀਤੀ ਸੀ ਮੌਲਿਕ ਅਧਿਕਾਰ 12 ਤੋਂ ਲੈ ਕੇ 35 ਤੱਕ, DPSP 37 ਤੋਂ ਲੈ ਕੇ 51 ਤੱਕ। ਬਟ ਅੱਜ ਦਾ ਜਿਹੜਾ ਆਪਾਂ ਪਾਰਟ ਕਰਨ ਜਾ ਰਹੇ ਹਾਂ ਉਹਦੇ ਵਿੱਚ ਕੋਈ ਜ਼ਿਆਦਾ ਆਰਟੀਕਲ ਨਹੀਂ ਹੈਗੇ, ਸਿਰਫ ਕੀ ਆ 51A। ਸਾਹਮਣੇ ਤੁਸੀਂ ਲਿਖਿਆ ਦੇਖ ਰਹੇ ਹੋ 51A। ਜਿਹੜਾ ਸਾਡੇ ਮੌਲਿਕ ਕਰਤੱਵ ਨੇ, ਜਿੰਨੇ ਵੀ ਮੌਲਿਕ ਕਰਤੱਵ ਜਿਹੜੇ ਸਾਡੇ 11 11 ਹੈਗੇ ਨੇ ਹੁਣ, ਤਾਂ ਉਹ ਕਿਹੜੇ ਆਰਟੀਕਲ ਦੇ ਅੰਡਰ ਆਉਂਦੇ ਆ? 51A ਦੇ ਵਿੱਚ। ਕਿਉਂਕਿ ਸੰਵਿਧਾਨ ਦਾ ਭਾਗ ਜਿਹੜਾ ਆਪਣਾ 4 ਆਪਾਂ ਕਿੱਥੇ ਖਤਮ ਕੀਤਾ ਸੀਗਾ ਜੀ? 37 ਤੋਂ ਲੈ ਕੇ 51 ਤੱਕ ਜੀ, 51 ਜਿਹੜਾ 51 ਤੱਕ। ਤਾਂ 51 ਤੋਂ ਬਾਅਦ ਇੱਕ ਨਵਾਂ ਜਿਹੜਾ ਆਪਾਂ ਇਹਦੇ ਵਿੱਚ ਕਰਤੱਵ ਜੋੜਤੇ ਜਿਹੜੇ ਕਿ 51A ਦੇ ਵਿੱਚ ਆਉਂਦੇ ਨੇ, ਠੀਕ ਹੈ। ਇਸ ਕਰਕੇ ਆਪਾਂ ਇਹਨੂੰ ਜਿਹੜਾ ਕਰ ਰਹੇ ਹਾਂ। ਤਾਂ ਨੈਕਸਟ ਆਪਾਂ ਦੇਖਦੇ ਹਾਂ ਜੀ ਅੱਗੇ। ਹੁਣ ਦੇਖੋ ਇਹਨੂੰ। ਤਾਂ ਸਭ ਤੋਂ ਪਹਿਲਾਂ ਜੇਕਰ ਕੋਈ ਤੁਹਾਨੂੰ ਪੁੱਛ ਲੈਂਦਾ ਵੀ ਜਿਹੜੇ ਮੌਲਿਕ ਅਧਿਕਾਰ ਜਿਹੜੇ ਸਾਡੇ ਕਰਤੱਵ ਸੀ ਕੀ ਸੰਵਿਧਾਨ ਦੇ ਵਿੱਚ ਓਰੀਜਨਲੀ ਹੈਗੇ ਸੀ ਜਾਂ ਨਹੀਂ ਹੈਗੇ ਸੀ, ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨ ਦੀ ਲੋੜ ਆ। ਕਿਉਂਕਿ ਆਪਾਂ ਮੌਲਿਕ ਅਧਿਕਾਰਾਂ ਬਾਰੇ ਗੱਲ ਕੀਤੀ ਸੀ ਕਿ ਸਾਡੇ ਜਿਹੜੇ ਮੌਲਿਕ ਅਧਿਕਾਰ ਨੇ ਸਟਾਰਟਿੰਗ ਦੇ ਵਿੱਚ ਜਦੋਂ ਸਾਡਾ ਸੰਵਿਧਾਨ ਬਣਿਆ ਸੀ ਉਦੋਂ ਉਹਨਾਂ ਦੀ ਗਿਣਤੀ 7 ਸੀ, ਠੀਕ ਹੈ, ਜਾਂ ਅੱਜ ਕਿੰਨੀ ਆ ਉਹਨਾਂ ਦੀ 6 ਆ। ਤਾਂ ਇਸੇ ਤਰ੍ਹਾਂ ਸਾਨੂੰ ਆਪਣੇ ਮੌਲਿਕ ਅਧਿਕਾਰਾਂ ਬਾਰੇ ਵੀ ਧਿਆਨ ਦੇਣ ਦੀ ਲੋੜ ਆ ਵੀ ਜਿਹੜੇ ਸਾਡੇ ਮੌਲਿਕ ਅਧਿਕਾਰ ਸੀ ਸ਼ੁਰੂ ਦੇ ਵਿੱਚ ਕਿੰਨੇ ਸੀ ਐਂਡ ਪ੍ਰੈਜੈਂਟਲੀ ਆ ਜਿਹੜੇ ਉਹ ਕਿੰਨੇ ਨੇ। ਤਾਂ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ, ਜੇਕਰ ਕੋਈ ਪੁੱਛ ਲੈਂਦਾ ਵੀ ਓਰੀਜਨਲੀ ਗਿਣਤੀ ਇਹਨਾਂ ਦੀ ਕਿੰਨੀ ਸੀ, ਓਰੀਜਨਲੀ
ਤਾਂ ਬਿਲਕੁਲ ਜਿਹੜੇ ਇਹ ਜ਼ੀਰੋ ਸੀ, ਕਹਿਣ ਦਾ ਭਾਵ ਕੋਈ ਸਾਡੇ ਸੰਵਿਧਾਨ ਦੇ ਵਿੱਚ ਮੌਲਿਕ ਕਰਤੱਵ ਦਾ ਵਰਣਨ ਨਹੀਂ ਕੀਤਾ ਗਿਆ ਸੀਗਾ। ਕੋਈ ਵੀ ਸਾਡਾ ਮੌਲਿਕ ਕਰਤੱਵ ਸੰਵਿਧਾਨ ਦੇ ਵਿੱਚ ਨਹੀਂ ਹੈਗਾ ਸੀਗਾ, ਫਰਜ਼ ਨਹੀਂ ਹੈਗਾ ਸੀ। ਤਾਂ ਇੱਕ ਗੱਲ ਐਂ ਯਾਦ ਰੱਖ ਲਓ ਵੀ ਭੁੱਲ ਗਏ ਬਸ, ਠੀਕ ਹੈ। ਜਿਹੜੀ ਸਰਕਾਰ ਨੇ ਉਸ ਸਮੇਂ ਜਿਹੜੇ ਸਾਡੇ ਮੌਲਿਕ ਕਰਤੱਵ ਸੰਵਿਧਾਨ ਦੇ ਵਿੱਚ ਐਡ ਹੀ ਨਹੀਂ ਕੀਤੇ, ਫਰਜ਼ ਸਾਡੇ ਹੈ ਨਹੀਂ ਸੀ ਸੰਵਿਧਾਨ ਦੇ ਵਿੱਚ, ਠੀਕ ਹੈ। ਨੰਬਰ 2 ਤੇ ਗੱਲ ਕਰੀਏ, ਜੇ ਉਦੋਂ ਨਹੀਂ ਹੈਗੇ ਸੀ ਤਾਂ ਤੁਹਾਨੂੰ ਐਗਜ਼ਾਮੀਨਰ ਇਹ ਕੁਐਸਚਨ ਪੁੱਟ ਕਰਦਾ ਵੀ ਤਾਂ ਕਦੋਂ ਐਡ ਕੀਤੇ ਗਏ ਨੇ ਜਾਂ ਕਦੋਂ ਐਡ ਕੀਤੇ ਗਏ ਨੇ, ਕਿਹੜੀ ਸੋਧ ਰਾਹੀਂ ਐਡ ਕੀਤੇ ਗਏ ਨੇ। ਇੱਥੇ ਕੁਐਸਚਨ ਬਣਦਾ ਜੀ, ਦੇਖੋ ਕਿਉਂਕਿ 42ਵੀਂ ਅਮੈਂਡਮੈਂਟ, ਜੇ ਆਪਾਂ ਕਹਿ ਦਈਏ 42ਵੀਂ ਅਮੈਂਡਮੈਂਟ ਕਾਫੀ ਵਾਰੀ ਆਪਾਂ ਕਵਰ ਕਰਦੇ ਜਾ ਰਹੇ ਹਾਂ, ਪ੍ਰਾਇੰਬਲ ਦੇ ਵਿੱਚ ਵੀ ਪੜ੍ਹੀ ਆ, ਹੋਰ ਵੀ ਆਪਾਂ ਇਹਦੇ ਬਾਰੇ ਡਿਸਕਸ ਕੀਤੀ ਆ। ਤਾਂ 42ਵੀਂ ਸੋਧ ਮਿੰਨੀ ਕਨਸਟੀਟਿਊਸ਼ਨ ਆਫ ਇੰਡੀਆ ਜਿਹੜੀ ਤੁਹਾਡੇ ਯਾਦ ਆ ਰਹੀ ਹੋਊਗੀ, ਕਿਉਂਕਿ ਇਹਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਸੋਧਾਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ, ਸਭ ਤੋਂ ਵੱਧ ਜਿਹੜੀਆਂ ਚੇਂਜਸ ਕੀਤੀਆਂ ਗਈਆਂ ਨੇ ਸੰਵਿਧਾਨ ਦੇ ਵਿੱਚ ਆਪਾਂ ਕਹਿ ਦਈਏ। ਤਾਂ ਇਹਦੇ ਵਿੱਚ ਇੱਕ ਕੀ ਕੀਤਾ ਗਿਆ ਸਾਡੇ 42ਵੀਂ ਸੋਧ ਰਾਹੀਂ, 42ਵੀਂ ਸੋਧ 1976 ਰਾਹੀਂ, ਮੈਂ ਤੁਹਾਨੂੰ ਟ੍ਰਿਕ ਦੱਸਿਆ ਸੀ 4+2 ਪਿੱਛੇ ਕਿੰਨਾ ਆ ਗਿਆ 6 ਜੀ, ਤਾਂ ਕਦੋਂ ਪਾਸ ਹੋਈ ਸੀ 1976 ਦੇ ਵਿੱਚ। ਤਾਂ ਇਸ ਕਰਕੇ ਕੀ ਹੋਇਆ ਜੀ, ਇਹਦੇ ਵਿੱਚ ਜਿਹੜੇ ਸਾਡੇ ਮੌਲਿਕ ਕਰਤੱਵ ਆ ਉਹ ਐਡ ਕੀਤੇ ਗਏ ਸੀ, ਮੌਲਿਕ ਕਰਤੱਵ ਸਾਡੇ ਐਡ ਕੀਤੇ ਗਏ ਸੀ। ਬਟ ਕਿੰਨੇ ਕੀਤੇ ਗਏ ਸੀਗੇ 10, ਕਿੰਨੇ ਕੀਤੇ ਗਏ ਸੀ 10। ਤਾਂ ਤੁਸੀਂ ਯਾਦ ਰੱਖਣਾ ਵੀ ਜਿਹੜੇ ਸਾਡੇ ਮੌਲਿਕ ਕਰਤੱਵ ਸੰਵਿਧਾਨ ਦੇ ਵਿੱਚ ਜੋੜੇ ਗਏ ਨੇ 42ਵੀਂ ਸੋਧ 1976 ਰਾਹੀਂ ਕਿੰਨੇ ਜੋੜੇ ਗਏ ਨੇ ਜੀ 10। ਇਹ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਆਪਾਂ ਹਰ ਇੱਕ ਜਿਹੜਾ ਆਪਣਾ ਭਾਰਤੀ ਸੰਵਿਧਾਨ ਦਾ ਸਰੋਤ ਕਿਸੇ ਨਾ ਕਿਸੇ ਦੇਸ਼ ਤੋਂ ਜਿਹੜਾ ਲਿਆ ਗਾ, ਠੀਕ ਹੈ। ਜਿਸ ਤਰ੍ਹਾਂ ਫੰਡਾਮੈਂਟਲ ਰਾਈਟ ਲਏ ਸੀ ਆਪਾਂ USA ਤੋਂ, ਪ੍ਰਾਇੰਬਲ ਲਈ ਸੀ USA ਤੋਂ, ਠੀਕ ਹੈ, ਜਾਂ ਆਪਣੀ ਸਿਟੀਜ਼ਨ ਲਈ ਸੀ UK ਤੋਂ। ਤੇ ਜਿਹੜੇ ਅੱਜ ਆਪਣੇ ਮੌਲਿਕ ਕਰਤੱਵ ਨੇ ਇਹ ਆਪਾਂ ਕਿਹੜੇ ਦੇਸ਼ ਤੋਂ ਫਾਰਵਰਡ ਕੀਤੇ ਆ, ਕਿੱਥੋਂ ਲਏ ਨੇ? ਤਾਂ ਇਹ ਆਪਾਂ ਲਏ ਨੇ ਜੀ USSR ਤੋਂ। ਕਿੱਥੋਂ ਲਏ ਨੇ ਜੀ USSR ਤੋਂ। ਤਾਂ ਕਹਿਣ ਦਾ ਭਾਵ ਰਸੀਆ ਰੂਸ। ਤਾਂ ਇੱਕ ਮੈਂ ਇੱਥੇ ਤੁਹਾਨੂੰ ਇੱਕ ਦਾ ਟ੍ਰਿਕ ਦੱਸਦਾ, ਰਸੀਆ ਰੂਸ। ਤਾਂ ਦੇਖੋ ਰੂਸ, ਆਪਾਂ ਗੱਲ ਕਰ ਲਈਏ ਰੂਸ ਦੀ, ਠੀਕ ਹੈ। ਰੂਸ ਇਹ ਵੀ ਪੁੱਛਿਆ ਜਾਂਦਾ ਵੀ ਜਿਹੜਾ ਸਭ ਤੋਂ ਵੱਡਾ ਦੇਸ਼ ਆ, ਕਹਿਣ ਦਾ ਭਾਵ। ਤਾਂ ਰੂਸ ਤੋਂ ਲਏ ਨੇ ਤੁਹਾਡੀ ਡਿਊਟੀ ਕੀ ਆਪਣੇ ਵਾਲਾਂ ਨੂੰ ਸੰਭਾਲਣਾ, ਕੀ ਡਿਊਟੀ ਆਪਣੇ ਵਾਲਾਂ ਨੂੰ ਸੰਭਾਲਣਾ। ਜੇਕਰ ਅਸੀਂ ਆਪਣੇ ਵਾਲਾਂ ਦੀ ਕੇਅਰ ਨਹੀਂ ਕਰਾਂਗੇ ਤਾਂ ਇਹ ਕੀ ਹੋ ਜਾਣਗੇ ਰੁੱਖੇ ਤੋਂ ਰੂਸੇ। ਤਾਂ ਕਹਿਣ ਦਾ ਭਾਵ ਕਿੱਥੋਂ ਲੈ ਕੇ ਨੇ ਰੂਸ ਤੋਂ। ਤਦੋਂ ਵੀ ਤੁਹਾਡੇ ਮਾਈਂਡ ਦੇ ਵਿੱਚ ਤੁਹਾਨੂੰ ਪੁੱਛਿਆ ਜਾਂਦਾ ਵੀ ਜਿਹੜੇ ਆਪਣੇ ਮੌਲਿਕ ਕਰਤੱਵ ਡਿਊਟੀ ਕਿੱਥੋਂ ਲਈ ਗਏ, ਤੁਹਾਡੇ ਮਾਈਂਡ 'ਚ ਆਉਣਾ ਚਾਹੀਦਾ ਵੀ ਸਾਡਾ ਜਿਹੜਾ ਫਰਜ਼ ਆ ਆਪਣੇ ਵਾਲਾਂ ਨੂੰ ਹੇਅਰ ਨੂੰ ਸੰਭਾਲਣਾ, ਜੇਕਰ ਨਹੀਂ ਸੰਭਾਲਾਂਗੇ ਤਾਂ ਕੀ ਹੋ ਜਾਣਗੇ ਰੂਸੇ। ਤਾਂ ਰਸੀਆ ਤੋਂ ਲੈ ਗਏ ਨੇ ਜਿਹੜੇ ਆਪਾਂ। ਤੇ ਇੱਕ ਇੱਥੋਂ ਪੁੱਛਿਆ ਜਾਂਦਾ ਹੁੰਦਾ ਵੀ ਜਿਹੜੇ ਸਾਡੇ ਮੌਲਿਕ ਕਰਤੱਵ ਨੇ ਇਹ ਸੰਵਿਧਾਨ ਦੀ ਕਿਹੜੀ ਕਮੇਟੀ ਨੇ ਸਿਫਾਰਸ਼ ਕੀਤੀ ਸੀ ਇਹਨਾਂ ਦੀ। ਤਾਂ ਕਿਹੜੀ ਕਮੇਟੀ ਸੀ ਜਿਹਦੇ ਕਰਕੇ ਜਿਹੜੇ ਆਪਣੇ ਸੰਵਿਧਾਨ ਦੇ ਵਿੱਚ ਮੌਲਿਕ ਕਰਤੱਵ ਆ ਜਿਹੜੇ ਉਹ ਜੋੜੇ ਗਏ ਸੀ। ਤਾਂ ਉਹ ਜਿਹੜੀ ਹੈਗੀ ਸੀ ਕਮੇਟੀ ਕਿਹੜੀ ਸੀ, ਉਹ ਹੈਗੀ ਸੀ ਸਵਰਨ ਸਿੰਘ ਕਮੇਟੀ। ਮੋਸਟ ਇੰਪੋਰਟੈਂਟ ਆ, ਪੇਪਰ ਦੇ ਵਿੱਚ ਬਾਰ-ਬਾਰ ਪੁੱਟ ਕੀਤਾ ਜਾਂਦਾ ਵੀ ਜਿਹੜੀ ਸਵਰਨ ਸਿੰਘ ਜਿਹੜੀ ਕਮੇਟੀ ਆ ਉਹ ਕਾਹਦੇ ਨਾਲ ਸੰਬੰਧਿਤ ਆ। ਉੱਥੇ ਪਾ ਦਿੰਦੇ ਆ ਮੌਲਿਕ ਅਧਿਕਾਰਾਂ ਨਾਲ, ਮੌਲਿਕ ਕਰਤੱਵਾਂ ਨਾਲ, ਪ੍ਰਾਇੰਬਲ ਨਾਲ ਜਾਂ ਕੁਛ ਹੋਰ ਇਸ ਤਰ੍ਹਾਂ ਦਾ। ਬਟ ਤੁਸੀਂ ਯਾਦ ਰੱਖਣਾ ਜਿਹੜੀ ਸਵਰਨ ਸਿੰਘ ਕਮੇਟੀ ਦਾ ਸੰਬੰਧ ਸੀ ਉਹ ਕਾਹਦੇ ਨਾਲ ਸੀ, ਸਾਡੇ ਮੌਲਿਕ ਅਧਿਕਾਰਾਂ ਦੇ ਨਾਲ। ਇਸੇ ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਸਾਡੇ ਸੰਵਿਧਾਨ ਦੇ ਵਿੱਚ ਮੌਲਿਕ ਕਰਤੱਵ ਆ ਜਿਹੜੇ ਉਹ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ, ਜਿਸ ਤਰ੍ਹਾਂ ਰੂਸ ਦੇ ਸੰਵਿਧਾਨ ਨੇ ਕੀਤੇ ਹੋਇਆ, ਠੀਕ ਹੈ। ਤੇ ਉਸ ਤੋਂ ਬਾਅਦ ਇੱਕ ਕਮੇਟੀ ਦੇ ਨਾਲ ਸੰਬੰਧਿਤ ਹੋਰ ਆ, ਅੱਗੇ ਆਪਾਂ ਗੱਲ ਕਰਾਂਗੇ JS ਵਰਮਾ ਕਮੇਟੀ। ਕਈ ਵਾਰੀ ਪੇਪਰ 'ਚ ਪੁੱਟ ਕੀਤਾ ਜਾਂਦਾ ਵੀ ਜਿਹੜੀ JS ਵਰਮਾ ਸਮਿਤੀ ਦਾ ਜਿਹੜਾ ਸੰਬੰਧ ਕਾਹਦੇ ਨਾਲ ਆ। ਉਸ ਕਮੇਟੀ ਨੇ ਇਹਨਾਂ ਨੂੰ ਲਾਗੂ ਕਰਨ ਵਿੱਚ ਜਿਹੜੀ ਹੈਲਪ ਕੀਤੀ ਸੀ। ਦੇਖੋ ਇੱਕ ਨੇ ਕੀ ਕੀਤੀ ਆ ਸਿਫਾਰਸ਼, ਇੱਕ ਨੇ ਕੀ ਕੀਤਾ ਲਾਗੂ, ਇੰਪਲੀਮੈਂਟ। ਕਹਿਣ ਦਾ ਭਾਵ ਉਹ ਵੀ ਤੁਸੀਂ ਯਾਦ ਰੱਖ ਸਕਦੇ ਹੋ। JS ਵਰਮਾ ਸਮਿਤੀ ਤੁਸੀਂ ਦੇਖ ਰਹੇ ਹੋ ਸਾਹਮਣੇ ਲਿਖੀ ਹੋਈ। ਤਾਂ ਇਹਦਾ ਕੀ ਯੋਗਦਾਨ ਸੀਗਾ ਇਹਨਾਂ ਨੂੰ ਲਾਗੂ ਕਰਵਾਉਣ ਦੇ ਵਿੱਚ, ਠੀਕ ਹੈ। ਤੇ ਇੱਕ ਜਿਹੜਾ ਇੱਥੇ ਪੇਪਰ ਦੇ ਵਿੱਚ ਕੁਐਸਚਨ ਬਣਦਾ ਗਾ ਵੀ ਜਿਹੜਾ ਹੁਣ ਆਪਣੇ ਇੱਥੇ ਆਪਾਂ ਲਿਖਿਆ ਵੀ 10 ਜਿਹੜੇ ਮੌਲਿਕ ਅਧਿਕਾਰ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਲਾਏ ਸੀ। ਬਟ ਹੁਣ ਜਿਹੜਾ 11ਵਾਂ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਆ ਉਹ ਕਿਹੜਾ ਗਾ, ਕਿਉਂਕਿ ਪ੍ਰੈਜੈਂਟ ਸਮੇਂ ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਆ ਉਹ 11 ਆ। ਤਾਂ 11ਵਾਂ ਜਿਹੜਾ ਫੰਡਾਮੈਂਟਲ ਰਾਈਟ ਆ ਤੁਸੀਂ ਸਾਹਮਣੇ ਦੇਖ ਰਹੇ ਹੋ 86ਵੀਂ ਅਮੈਂਡਮੈਂਟ ਜਿਹੜੀ ਸੰਵਿਧਾਨ ਦੇ ਵਿੱਚ 86 ਅਮੈਂਡਮੈਂਟ ਹੋਈ ਸੀ 2002 ਦੇ ਵਿੱਚ। ਉਹਦੇ ਰਾਹੀਂ ਆਪਾਂ ਕੀ ਕੀਤਾ ਗਾ, ਉਹਦੇ ਰਾਹੀਂ ਆਪਾਂ 2002 ਰਾਹੀਂ ਕੀ ਕੀਤਾ 51A ਦੇ ਵਿੱਚ ਕੇ ਅੰਡਰ ਜਾ ਕੇ ਇੱਕ ਨਵਾਂ ਆਰਟੀਕਲ ਜੋੜਤਾ ਸੀਗਾ। ਕੀ ਸੀ ਉਹ ਵੀ ਹਰੇਕ ਮਾਤਾ ਪਿਤਾ ਦਾ ਕਰਤੱਵ ਆ ਕਿ ਉਹ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਜਿਹੜੇ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਸਕੂਲ ਭੇਜੇ ਤੇ ਉਹਨਾਂ ਨੂੰ ਪੜ੍ਹਨ ਲਈ ਜਿਹੜੀਆਂ ਚੰਗੀਆਂ ਪ੍ਰਸਥਿਤੀਆਂ ਜਿਹੜੀਆਂ ਉਹ ਮੁਹੱਈਆ ਕਰਾਵੇ। ਤਾਂ ਇਹ ਸਾਡਾ ਜਿਹੜਾ ਅੱਜ 11ਵਾਂ ਜਿਹੜਾ ਸਾਡਾ ਫਰਜ਼ ਬਣ ਗਿਆ 11 ਨੰਬਰ ਦਾ, ਯਾਦ ਰੱਖ ਸਕਦੇ ਹੋ। ਤਾਂ ਇਸ ਕਰਕੇ ਆਪਾਂ ਦੇਖੋ ਕੀ ਕਰ ਚੁੱਕੇ ਹਾਂ। ਨੋ ਸਟਾਰਟਿੰਗ ਦੇ ਵਿੱਚ ਜਿਹੜੇ ਸਾਡੇ ਫੰਡਾਮੈਂਟਲ ਡਿਊਟੀ ਸੀ ਸੰਵਿਧਾਨ ਦੇ ਵਿੱਚ ਨਹੀਂ ਹੈਗੀਆਂ ਸੀ। ਤਾਂ ਕਦੋਂ ਐਡ ਕੀਤੀਆਂ ਗਈਆਂ ਨੇ 42ਵੀਂ ਸੋਧ 1977 ਰਾਹੀਂ। ਤਾਂ ਕਿੰਨੀਆਂ ਕੀਤੀਆਂ ਗਈਆਂ ਨੇ 10। ਕਿਹੜੀ ਕਮੇਟੀ ਜਿਹਨੇ ਸਿਫਾਰਸ਼ ਕੀਤੀ ਹੈ ਜੀ ਸਵਰਨ ਸਿੰਘ ਕਮੇਟੀ। ਉਸ ਤੋਂ ਬਾਅਦ ਕਿਹੜੇ ਕੰਟਰੀ ਤੋਂ ਆਪਾਂ ਫਾਰਵਰਡ ਕੀਤੇ ਗਏ ਨੇ
ਰਸੀਆ ਤੋਂ, ਰੂਸ ਤੋਂ। ਠੀਕ ਹੈ, ਤਾਂ 11ਵਾਂ ਮੌਲਿਕ ਕਰਤੱਵ ਸਾਡਾ ਕਿਹੜਾ ਗਾ ਜੀ? ਹਰੇਕ ਮਾਤਾ ਪਿਤਾ ਕਰਤੱਵ ਆ ਕਿ ਆਪਣੇ ਬੱਚਿਆਂ ਨੂੰ ਸਕੂਲ ਭੇਜੇ ਤੇ ਉਹਨਾਂ ਨੂੰ ਜਿਹੜੀਆਂ ਉਪਯੁਕਤ ਪ੍ਰਸਥਿਤੀਆਂ ਦੇਵੇ। ਤਾਂ ਕਹਿਣ ਦਾ ਭਾਵ ਇਹ ਸਾਡੇ ਜਿਹੜੇ 11 ਫੰਡਾਮੈਂਟ ਜਿਹੜੇ ਅੱਜ ਕਰਤੱਵ ਆ ਜਿਹੜੇ ਉਹ ਸੰਵਿਧਾਨ ਦੇ ਵਿੱਚ ਹੈਗੇ ਨੇ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਵੀ ਜਿਹੜੇ ਸੰਵਿਧਾਨ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ 11 ਸਾਡੇ ਮੌਲਿਕ ਕਰਤੱਵ ਨੇ, ਤਾਂ ਉਹਨਾਂ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ 11 ਮੌਲਿਕ ਕਰਤੱਵ ਜਿਹੜੇ ਸਾਡੇ ਕਿਹੜੇ ਨੇ, ਤਾਂ ਉਹਨਾਂ ਦੀ ਆਪਾਂ ਗੱਲ ਕਰਾਂਗੇ। ਕਈ ਵਾਰੀ ਕੀ ਆ ਐਗਜ਼ਾਮੀਨਰ ਵੱਲੋਂ ਪੇਪਰ ਦੇ ਵਿੱਚ ਪੁੱਟ ਕੀਤਾ ਜਾਂਦਾ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਾਡਾ ਮੌਲਿਕ ਕਰਤੱਵ ਨਹੀਂ ਹੈ, ਇਸ ਤਰ੍ਹਾਂ ਬਣੇਗਾ, ਜਾਂ ਫਿਰ 3 ਪਾ ਦੇਗਾ, ਉਸ ਦਾ ਜਿਹੜਾ ਆਨਸਰ ਆਲ ਆਫ ਅਬਵ ਲਿਖ ਦੇਗਾ। ਤਾਂ ਤੁਸੀਂ ਧਿਆਨ 'ਚ ਰੱਖਣਾ ਕਿਹੜੇ ਸਾਡੇ ਮੌਲਿਕ ਕਰਤੱਵ ਨੇ। ਮੈਂ ਇੱਕ ਗੱਲ ਕਰਦਾ, ਆਪਾਂ 6 ਤੋਂ ਲੈ ਕੇ 10th ਤੱਕ, +2 ਤੱਕ ਦੀਆਂ ਕਿਤਾਬਾਂ ਆਮ ਤੌਰ 'ਤੇ ਪੜ੍ਹੀਆਂ ਹੋਈਆਂ ਨੇ, ਉਹਨਾਂ ਦੇ ਪਿੱਛੇ ਬੈਕ 'ਤੇ ਇੱਕ ਪੇਜ ਲੱਗਿਆ ਹੁੰਦਾ ਸੀਗਾ ਜਿਹੜਾ ਯੈਲੋ ਜਿਹੇ ਕਲਰ ਦਾ, ਤਾਂ ਉਹਦੇ ਉੱਪਰ ਸਾਡੇ 11 ਫੰਡਾਮੈਂਟਲ ਡਿਊਟੀਆਂ ਲਿਖੀਆਂ ਹੋਈਆਂ ਨੇ, ਤੁਸੀਂ ਅੱਜ ਵੀ ਉਹਨਾਂ ਨੂੰ ਦੇਖ ਸਕਦੇ ਹੋ। ਤਾਂ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਨੰਬਰ 1 ਦੀ, ਜਿਹੜਾ ਸਾਡਾ ਮੌਲਿਕ ਕਰਤੱਵ ਜਿਹੜਾ ਪਹਿਲਾ ਕੀ ਆ? ਤਾਂ ਦੇਖੋ, ਸੰਵਿਧਾਨ ਦਾ ਪਾਲਣ ਕਰੋ। ਕੀ ਕਿਹਾ ਗਿਆ? ਸੰਵਿਧਾਨ ਦਾ ਪਾਲਣ ਕਰੋ। ਪਾਲਣ ਕਰਨ ਤੇ ਕੀ ਆ ਨੈਕਸਟ? ਪਾਲਣ ਕਰਨ ਦਾ ਭਾਵ ਕੀ ਆ? ਜਿਹੜੇ ਸਾਡੇ ਰਾਸ਼ਟਰੀ ਝੰਡਾ ਕੋਈ, ਠੀਕ ਆ, ਤਿਰੰਗਾ, ਉਸ ਤੋਂ ਬਾਅਦ ਜਿਹੜਾ ਆਪਣਾ ਰਾਸ਼ਟਰੀ ਗੀਤ, ਰਾਸ਼ਟਰੀ ਗਾਨ, ਠੀਕ ਹੈ, ਇਸ ਤਰ੍ਹਾਂ ਦੇ ਜਿਹੜੇ ਸਾਡੀਆਂ ਆਪਣਾ ਉਹ ਨੇ ਉਹਨਾਂ ਨੂੰ ਆਪਾਂ ਕਰਨਾ। ਦੇਖੋ ਕੀ ਆ, ਸਭ ਤੋਂ ਪਹਿਲਾਂ ਸੰਵਿਧਾਨ ਦੀ ਪਾਲਣਾ ਕਰਨਾ, ਸੰਸਥਾਵਾਂ ਇਹਦੀਆਂ, ਰਾਸ਼ਟਰੀ ਝੰਡਾ, ਰਾਸ਼ਟਰੀ ਗੀਤ, ਇਹਦਾ ਸਾਨੂੰ ਆਦਰ ਕਰਨਾ ਜਿਹੜਾ ਸਾਡੇ ਲਈ ਇੱਕ ਸਾਡਾ ਫਰਜ਼ ਆ ਕਹਿਣ ਦਾ ਭਾਵ। ਤਾਂ ਦੇਖੋ ਕੀ ਆ ਵੀ ਜਿਹੜਾ ਸਾਡਾ ਰਾਸ਼ਟਰੀ ਝੰਡਾ, ਰਾਸ਼ਟਰੀ ਗੀਤ, ਰਾਸ਼ਟਰੀ ਸੰਸਥਾਵਾਂ, ਇਹਨਾਂ ਦਾ ਆਦਰ ਸਤਿਕਾਰ ਕਰਨਾ ਸਾਡਾ ਇੱਕ ਫਰਜ਼ ਆ। ਅਸੀਂ ਫਰਜ਼ ਦੇ ਤੌਰ 'ਤੇ ਇਹਨਾਂ ਦਾ ਸਤਿਕਾਰ ਕਰਾਂਗੇ। ਜਦੋਂ ਵੀ ਆਪਾਂ ਦੇਖਦੇ ਹਾਂ ਕੋਈ ਰਾਸ਼ਟਰੀ ਗੀਤ, ਰਾਸ਼ਟਰੀ ਗਾਣ, ਠੀਕ ਹੈ, ਚੱਲ ਰਿਹਾ ਹੁੰਦਾ, ਤਾਂ ਅਸੀਂ ਸਤਿਕਾਰ ਦੇ ਵਿੱਚ ਖੜੇ ਹੁੰਦੇ ਹਾਂ। ਤਾਂ ਇਹ ਸਾਡਾ ਕੀ ਆ? ਫਸਟ ਨੰਬਰ ਦਾ ਇੱਕ ਫਰਜ਼ ਆ, ਠੀਕ ਹੈ, ਜਿਹੜਾ ਅਸੀਂ ਅਦਾ ਕਰਨਾ ਗਾ। ਨੰਬਰ 2 ਤੇ ਦੇਖਦੇ ਹਾਂ ਰਾਸ਼ਟਰੀ ਅੰਦੋਲਨ। ਜਿਹੜੇ ਸਾਡੇ ਰਾਸ਼ਟਰੀ ਅੰਦੋਲਨ ਨੇ, ਰਾਸ਼ਟਰੀ ਅੰਦੋਲਨ ਕਿਹੜੇ ਹੁੰਦੇ ਆ? ਜਿਵੇਂ ਨੈਸ਼ਨਲ ਮੂਵਮੈਂਟਸ, ਜਿਵੇਂ ਆਪਾਂ ਦੇਖਦੇ ਹਾਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਨਾ ਮਿਲਵਰਤਨ, ਠੀਕ ਹੈ, ਭਾਰਤ ਛੱਡੋ ਅੰਦੋਲਨ, ਅਨੇਕਾਂ ਜਿਹੜੇ ਅੰਦੋਲਨ ਚੱਲੇ ਨੇ। ਤਾਂ ਉਹਨਾਂ ਉਸ ਤਰ੍ਹਾਂ ਦੇ ਅੰਦੋਲਨ, ਜਿਵੇਂ ਆਪਾਂ ਪ੍ਰੈਜ਼ੈਂਟ ਸਮੇਂ ਦੇ ਵਿੱਚ ਆਪਾਂ ਗੱਲ ਕਰ ਲਈ ਕਿਸਾਨ ਅੰਦੋਲਨ, ਜਿਹੜੇ ਇਹ ਅੰਦੋਲਨ ਚੱਲ ਰਹੇ ਨੇ ਅਸਲ ਤੌਰ 'ਤੇ ਰਾਸ਼ਟਰੀ ਪੱਧਰ 'ਤੇ ਚੱਲ ਰਹੇ ਨੇ, ਉਹਨਾਂ ਲਈ ਸਾਨੂੰ ਕੀ ਕਰਨਾ ਚਾਹੀਦਾ ਗਾ? ਉਹਨਾਂ ਨੂੰ ਪ੍ਰੇਰਿਤ ਕਰਨਾ ਵੀ ਹਾਂ ਇਹ ਸਾਡਾ ਲਈ ਜ਼ਰੂਰੀ ਆ, ਤੇ ਪ੍ਰੇਰਿਤ ਕਰਨਾ ਤੇ ਸੁਤੰਤਰਤਾ ਪ੍ਰਾਪਤੀ ਲਈ ਉੱਚੇ ਆਦਰਸ਼ਾਂ ਨੂੰ ਮਨ ਵਿੱਚ ਸਜਾਉਣਾ, ਠੀਕ ਹੈ, ਤੇ ਉਹਨਾਂ ਦਾ ਪਾਲਣ ਕਰਨਾ। ਤਾਂ ਕਹਿਣ ਦਾ ਭਾਵ ਜਿਹੜਾ ਸਾਡਾ ਸੈਕੰਡ ਮੌਲਿਕ ਕਰਤੱਵ ਉਹ ਕੀ ਆ? ਰਾਸ਼ਟਰੀ ਅੰਦੋਲਨਾਂ ਲਈ ਜਿਹੜਾ ਸਾਡੀ ਭਾਵਨਾ ਹੋਣੀ ਚਾਹੀਦੀ, ਦੇਸ਼ ਭਗਤੀ ਵਾਲੀ ਹੋਣੀ ਚਾਹੀਦੀ ਆ। ਨੈਕਸਟ ਆਪਾਂ 3 ਨੰਬਰ 'ਤੇ ਗੱਲ ਕਰ ਲਈ ਦੇਸ਼ ਦੀ ਪ੍ਰਭੂਸੱਤਾ। ਦੇਸ਼ ਦੀ ਪ੍ਰਭੂਸੱਤਾ, ਜਿਹੜੀ ਪ੍ਰਭੂਸੱਤਾ ਗਈ, ਪ੍ਰਭੂਸੱਤਾ ਮੈਂ ਦੱਸ ਕੇ ਹਟਿਆ ਵੀ ਦੇਸ਼ ਦੀ ਪਾਵਰ, ਠੀਕ ਹੈ, ਉਹਦੇ ਲਈ, ਤੇ ਸਾਡੀ ਅਖੰਡਤਾ ਏਕਤਾ, ਇਹਦੇ ਲਈ ਕੀ ਹੈਗਾ? ਇਹਦੇ ਲਈ ਆਪਾਂ ਸੰਭਾਲ ਕਰਨੀ ਆ, ਠੀਕ ਹੈ। ਇਹ ਸਾਡਾ ਨੈਕਸਟ ਜਿਹੜਾ ਮੌਲਿਕ ਕਰਤੱਵ ਹੈਗਾ। ਨੈਕਸਟ ਆਪਾਂ ਗੱਲ ਕਰ ਦਈਏ ਨੰਬਰ 4 ਤੇ, ਦੇਸ਼ ਦੀ ਰੱਖਿਆ ਕਰਨਾ, ਠੀਕ ਹੈ, ਦੇਸ਼ ਦੀ ਰੱਖਿਆ ਕਰਨਾ। ਤਾਂ ਅਗਲਾ ਜਿਹੜਾ ਸਾਡਾ ਮੌਲਿਕ ਕਰਤੱਵ ਕੀ ਆ? ਦੇਸ਼ ਦੀ ਰੱਖਿਆ ਕਰਨਾ ਅਤੇ ਲੋੜ ਪੈਣ 'ਤੇ ਕੌਮੀ ਸੇਵਾ ਕਰਨਾ, ਕੌਮ ਲਈ, ਠੀਕ ਹੈ। ਭਾਰਤ ਵਾਸੀਆਂ ਵਿੱਚ ਅਜਿਹੀ ਇਕਸੁਰਤਾ ਅਤੇ ਸਮਾਨ ਭਾਈਚਾਰਾ। ਇਕਸੁਰਤਾ ਤੋਂ ਭਾਵ ਕੀ ਆ? ਵੀ ਭਾਰਤ ਦੇ ਵਿੱਚ ਅਨੇਕਾਂ ਧਰਮਾਂ ਜਾਤਾਂ ਦੇ ਲੋਕ ਰਹਿੰਦੇ ਆ, ਤੇ ਉਹਨਾਂ ਵਿੱਚ ਜਿਹੜੀ ਭਾਈਚਾਰਕ ਸਾਂਝ ਉਹ ਬਣੀ ਰਹੇ, ਠੀਕ ਹੈ। ਇਹਦੇ ਲਈ ਸਾਨੂੰ ਜਿਹੜੇ ਯਤਨ ਕਰਨੇ ਜ਼ਰੂਰੀ ਆ। ਕਿਸੇ ਵੀ ਸਾਨੂੰ ਭਾਸ਼ਾ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ ਜਾਂ ਵਰਗ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ, ਕਹਿਣ ਦਾ ਭਾਵ ਕੀ ਆ, ਠੀਕ ਹੈ। ਇਹ ਜਿਹੜਾ ਸਾਡਾ ਅਗਲਾ ਮੌਲਿਕ ਕਰਤੱਵ ਆ, ਸਾਨੂੰ ਇਸ ਤਰ੍ਹਾਂ ਦੇ ਭੇਦਭਾਵ ਤੋਂ ਦੂਰ ਰਹਿਣਾ ਚਾਹੀਦਾ, ਠੀਕ ਹੈ। ਇਹ ਸਾਰਿਆਂ ਲਈ ਸਾਡੇ ਲਈ ਜ਼ਰੂਰੀ ਆ ਵੀ ਸਾਨੂੰ ਧਰਮ ਦੇ ਆਧਾਰ 'ਤੇ, ਜਾਤੀ ਦੇ ਆਧਾਰ 'ਤੇ, ਨਸਲ ਦੇ ਆਧਾਰ 'ਤੇ, ਠੀਕ ਆ, ਹਰ ਇੱਕ ਤੋਂ ਜਿਹੜਾ ਵਿਤਕਰੇ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ, ਸਾਰਿਆਂ ਨੂੰ ਬਰਾਬਰ ਸਮਝਣਾ ਚਾਹੀਦਾ ਗਾ, ਠੀਕ ਹੈ। ਤੇ ਅਗਲਾ ਜਿਹੜਾ ਹੈਗਾ ਆਪਣੇ ਮਿਸ਼ਰਤ ਸੱਭਿਆਚਾਰ। ਮਿਸ਼ਰਤ ਸੱਭਿਆਚਾਰ ਕਿਸ ਤਰ੍ਹਾਂ? ਭਾਰਤ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ, ਭਾਰਤ ਵਿੱਚ ਅਨੇਕਾਂ ਧਰਮਾਂ ਜਾਤਾਂ ਦੇ ਲੋਕ ਰਹਿੰਦੇ ਆ, ਤੇ ਉਹਨਾਂ ਦਾ ਸੱਭਿਆਚਾਰ ਵੀ ਅਲੱਗ-ਅਲੱਗ ਆ, ਠੀਕ ਆ, ਉਹਨਾਂ ਦਾ ਸੱਭਿਆਚਾਰ ਵੀ ਅਲੱਗ-ਅਲੱਗ ਆ। ਇਸ ਕਰਕੇ ਕੀ ਆ, ਜਿਹੜਾ ਸਾਡਾ ਸੱਭਿਆਚਾਰ ਉਹ ਕੀ ਆ? ਮਿਸ਼ਰਤ। ਤੇ ਸਾਨੂੰ ਉਸ ਮਿਸ਼ਰਤ ਸੱਭਿਆਚਾਰ ਦੀ ਕੀ ਆ? ਕਦਰ ਕਰਨੀ ਬਣਦੀ ਆ, ਠੀਕ ਹੈ। ਇਹ ਨਹੀਂ ਹੈਗਾ ਵੀ ਸਾਡਾ ਸੱਭਿਆਚਾਰ ਉੱਚਤਮ ਆ, ਸਾਡਾ ਧਰਮ ਉੱਚਤਮ ਆ, ਕਹਿਣ ਦਾ ਭਾਵ ਸਾਰਿਆਂ ਦਾ ਸਾਨੂੰ ਆਦਰ ਕਰਨਾ ਚਾਹੀਦਾ, ਮੇਲ ਮਿਲਾਪ ਤੇ ਪਿਆਰ ਨਾਲ ਰਹਿਣਾ ਚਾਹੀਦਾ ਇਹਦੇ ਵਿੱਚ। ਨੈਕਸਟ ਆਪਾਂ ਗੱਲ ਕਰ ਲਈਏ ਪ੍ਰਕਿਰਤਿਕ ਵਾਤਾਵਰਨ। ਜਿਹੜਾ ਸਾਡਾ ਪ੍ਰਕਿਰਤਿਕ ਵਾਤਾਵਰਨ ਆ ਤੇ ਉਹਦੇ ਸੰਬੰਧੀ, ਜਿਵੇਂ ਆਪਾਂ ਕਹਿੰਦੇ ਬਣਾ ਸਾਡੇ ਜਿਹੜੇ ਨੇ, ਝੀਲਾਂ, ਨਦੀਆਂ, ਜੰਗਲੀ ਜੀਵ, ਠੀਕ ਹੈ, ਜਿਹਦੇ ਵਿੱਚ ਸ਼ਾਮਲ ਨੇ ਸਾਰਿਆਂ ਨੂੰ ਮਿਲ ਕੇ ਕੀ ਬਣਦਾ? ਇੱਕ ਵਾਤਾਵਰਨ। ਤਾਂ ਉਹਨੂੰ ਸਾਨੂੰ ਕੀ ਉਹਦੀ ਰੱਖਿਆ ਕਰਨੀ ਚਾਹੀਦੀ ਆ। ਤਾਂ ਉਹਦੀ ਕੀ ਆ? ਸਾਨੂੰ ਰੱਖਿਆ ਕਰਨੀ ਚਾਹੀਦੀ ਹੈ, ਤੇ ਉਹਦੇ ਸੁਧਾਰ ਲਈ ਸਾਨੂੰ ਕੀ ਕਰਨਾ ਚਾਹੀਦਾ? ਜੀਵ ਜੰਤੂਆਂ ਲਈ ਦਇਆ ਭਾਵ ਰੱਖਣਾ ਚਾਹੀਦਾ ਗਾ, ਠੀਕ ਆ। ਉਹਦੇ ਲਈ ਕੀ ਆ? ਸਾਨੂੰ ਜਿਹੜੇ ਸਾਡੇ ਜੀਵ ਜੰਤੂ ਆ ਉਹ ਵੀ ਸਾਡਾ ਸਰਮਾਇਆ, ਕਹਿਣ ਦਾ ਭਾਵ ਇੱਕ ਤਰ੍ਹਾਂ ਦਾ। ਤਾਂ ਉਹਨਾਂ ਦਾ ਸਾਨੂੰ ਕੀ ਆ? ਕਿਸੇ ਤਰੀਕੇ ਨਾਲ ਉਹ ਨਹੀਂ ਕਰਨਾ ਚਾਹੀਦਾ, ਕਹਿਣ ਦਾ ਭਾਵ ਉਹਨਾਂ ਨੂੰ ਖਤਮ ਨਹੀਂ ਕਰਨਾ ਚਾਹੀਦਾ। ਉਹਨਾਂ ਪ੍ਰਤੀ ਜਿਹੜੀ ਸਾਡੀ ਸੋਚ ਆ ਉਹ ਚੰਗੀ ਹੋਣੀ ਚਾਹੀਦੀ ਆ, ਉਹਨਾਂ ਨੂੰ ਸੰਭਾਲਣਾ ਚਾਹੀਦਾ।
ਨੈਕਸਟ ਆਪਾਂ ਗੱਲ ਕਰ ਲਈਏ ਅੱਗੇ ਜਿਹੜਾ ਵਿਗਿਆਨਕ ਦ੍ਰਿਸ਼ਟੀਕੋਣ। ਵਿਗਿਆਨਕ ਦ੍ਰਿਸ਼ਟੀਕੋਣ ਕਿਵੇਂ ਆ? ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਦੇ ਵਿੱਚ ਸਾਡੇ ਜਿਹੜੇ ਅੰਧ ਵਿਸ਼ਵਾਸ, ਠੀਕ ਹੈ, ਆਪਾਂ ਕਹਿੰਦੇ ਆ ਪਖੰਡਵਾਦ, ਇਸ ਤਰ੍ਹਾਂ ਦੀਆਂ ਜਿਹੜੀਆਂ ਪਰੰਪਰਾ ਚੱਲ ਰਹੀਆਂ ਨੇ, ਸਾਨੂੰ ਉਹਨਾਂ ਤੋਂ ਦੂਰ ਰਹਿਣ ਦੀ ਜਿਹੜੀ ਗੱਲ ਕੀਤੀ ਗਈ ਸਾਡੇ ਮੌਲਿਕ ਕਰਤੱਵਾਂ ਦੇ ਵਿੱਚ। ਕੀ ਕਿਹਾ ਗਿਆ ਹੈ? ਦੇਖੋ ਜੀ, ਜਿਹੜਾ ਸਾਡਾ ਵਿਗਿਆਨਕ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਸਭ ਤੋਂ ਪਹਿਲਾਂ, ਵਿਗਿਆਨਕ ਦ੍ਰਿਸ਼ਟੀਕੋਣ ਕਹਿਣ ਦਾ ਭਾਵ ਕਿ ਹਰ ਇੱਕ ਚੀਜ਼ ਨੂੰ ਤਰਕ ਨਾਲ ਸੋਚਣਾ ਜਿਹੜਾ ਸਾਡਾ ਕਰਤੱਵ ਆ ਇੱਕ। ਨੈਕਸਟ ਨੰਬਰ 'ਤੇ ਗੱਲ ਕਰ ਲਈਏ ਮਾਨਵਵਾਦ। ਮਾਨਵ ਜਿਹੜਾ ਮਨੁੱਖ, ਮਾਨਵਵਾਦ ਜਾਂਚ ਪੜਤਾਲ ਅਤੇ ਸੁਧਾਰ ਦੀ ਮਨੋਵਿਰਤੀ ਦਾ ਵਿਕਾਸ ਜਿਹੜਾ ਸਾਨੂੰ ਕਰਨਾ ਚਾਹੀਦਾ ਗਾ ਕਹਿਣ ਦਾ ਭਾਵ, ਠੀਕ ਹੈ। ਤਾਂ ਇਹ ਨਹੀਂ ਹੈਗਾ ਕਿ ਅਸੀਂ ਆਪਣਾ ਪਖੰਡਵਾਦ, ਠੀਕ ਹੈ, ਅਤੇ ਉਹੀ ਜਿਹੜਾ ਆਪਾਂ ਅਤਰਕਕ ਗੱਲਾਂ ਜਿਹੜੀਆਂ ਹੁੰਦੀਆਂ ਨੇ, ਠੀਕ ਆ, ਉਹਨਾਂ ਵੱਲ ਧਿਆਨ ਦਈਏ। ਸਾਡੀ ਸੋਚ ਆ ਜਿਹੜੀ ਵਿਗਿਆਨਕ ਅਤੇ ਤਰਕਮਈ ਜਿਹੜੀ ਹੋਣੀ ਚਾਹੀਦੀ ਆ। ਤੁਹਾਡੀ ਗੱਲ ਦੇ ਵਿੱਚ ਵੀ ਤਰਕ ਹੋਣਾ ਚਾਹੀਦਾ। ਇਹ ਵੀ ਜਿਹੜਾ ਸਾਡਾ ਕੀ ਆ ਮੌਲਿਕ ਕਰਤੱਵ ਆ। ਨੈਕਸਟ ਆਪਾਂ ਗੱਲ ਕਰ ਲਈ ਜਨਤਕ ਸੰਪत्ति, ਸਰਵਜਨਕ ਸੰਪत्ति ਵੀ ਆਪਾਂ ਬੋਲ ਦਿੰਦੇ ਇਹਨੂੰ। ਤਾਂ ਸਰਵਜਨਕ ਸੰਪत्ति ਦੀ ਰੱਖਿਆ ਕਰਨੀ। ਸਰਵਜਨਕ ਸੰਪत्ति ਕਿਹੜੀ ਹੁੰਦੀ ਹੈ? ਜਿਹੜੀ ਸਾਡੀ ਸਾਰਿਆਂ ਦੀ ਸਾਂਝੀ ਆ। ਐਗਜ਼ਾਮਪਲ ਦੇ ਤੌਰ 'ਤੇ ਦੇਖ ਲਓ, ਗੌਰਮੈਂਟਸ ਦੀਆਂ ਜਿੰਨੀਆਂ ਵੀ ਜਿਹੜੀਆਂ ਇਮਾਰਤਾਂ ਨੇ, ਸਕੂਲ ਨੇ, ਚਾਹੇ ਤੁਹਾਡੇ ਉਹ ਆਪਣੇ ਪਾਣੀ ਲਈ ਬਣੇ ਜਿਹੜੇ ਆਪਣੇ ਪਾਣੀ ਲਈ ਜਿਹੜੇ ਸੰਸਥਾਵਾਂ ਜਿਹੜੀਆਂ ਬਣੀਆਂ ਹੋਈਆਂ ਨੇ, ਠੀਕ ਆ, ਜਾਂ ਇਸ ਤੋਂ ਇਲਾਵਾ ਹੋਰ ਜਿਹੜੀ ਹੌਸਪੀਟਲ ਨੇ, ਉਹ ਸਾਡੀ ਸਰਵਜਨਕ ਸੰਪत्ति ਆ। ਬਟ ਕਈ ਵਾਰੀ ਕੀ ਹੁੰਦਾ ਕਿ ਅਸੀਂ ਉਹਨੂੰ ਨੁਕਸਾਨ ਪਹੁੰਚਾ ਦਿੰਦੇ ਹਾਂ, ਠੀਕ ਆ, ਜਾਂ ਕੋਈ ਐਜੀਟੇਸ਼ਨ ਕਰਦੇ ਹਾਂ ਤਾਂ ਵੀ ਉਹਨੂੰ ਨੁਕਸਾਨ ਪਹੁੰਚਾ ਦਿੰਦੇ ਹਾਂ, ਅੱਗ ਲਗਾ ਦਿੰਦੇ ਹਾਂ। ਜਾਂ ਸਰਕਾਰੀ ਸਕੂਲਾਂ ਦੇ ਵਿੱਚ ਦੇਖ ਲਈਏ ਜਿਹੜੇ ਬੱਚੇ ਨੇ ਉਹ ਟੂਟੀਆਂ ਨੂੰ ਤੋੜ ਦਿੰਦੇ ਆ, ਠੀਕ ਆ। ਤਾਂ ਕਹਿਣ ਦਾ ਭਾਵ ਉਹ ਜਿਹੜੀ ਕਿ ਸਰਵਜਨਕ ਸੰਪत्ति ਆ, ਸਾਨੂੰ ਉਹਦਾ ਕੀ ਕਰਨਾ ਚਾਹੀਦਾ? ਉਹਦੀ ਸਾਂਭ ਸੰਭਾਲ ਕਰਨੀ ਬਣਦੀ ਆ, ਅਤੇ ਹਿੰਸਾ ਤੋਂ ਦੂਰ ਰਹਿਣਾ ਚਾਹੀਦਾ। ਹਿੰਸਾ ਦੀ ਆਪਾਂ ਗੱਲ ਕਰ ਲਈਏ, ਜੇ ਗਾਂਧੀ ਸਭ ਤੋਂ ਵੱਡੀ ਉਦਾਹਰਨ ਜਿਹੜੀ ਉਹਨਾਂ ਦੀ, ਠੀਕ ਹੈ। ਹਿੰਸਾ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ, ਹਿੰਸਕ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜੇਕਰ ਅਸੀਂ ਧਰਨੇ ਪ੍ਰਦਰਸ਼ਨ ਜਿਹੜੇ ਕਰਨੇ ਨੇ ਤਾਂ ਉਹ ਵੀ ਜਿਹੜੇ ਸਾਡੇ ਕੀ ਆ ਸ਼ਾਂਤਮਈ ਹੋਣੇ ਚਾਹੀਦੇ। ਇਹ ਵੀ ਸੰਵਿਧਾਨ ਦੇ ਵਿੱਚ ਗੱਲ ਕੀਤੀ ਗਈ ਆ। ਤਾਂ ਨੈਕਸਟ ਆਪਾਂ ਗੱਲ ਕਰ ਲਈਏ ਵਿਅਕਤੀਗਤ ਜਿਹੜਾ ਅਤੇ ਸਮੂਹਿਕ। ਵਿਅਕਤੀਗਤ ਕੀ ਹੁੰਦਾ? ਜੇ ਆਪਾਂ ਜਿਵੇਂ ਮੈਂ ਇਕੱਲਾ ਇੰਡੀਵਿਜੂਅਲ, ਵਿਅਕਤੀਗਤ ਅਤੇ ਸਮੂਹਿਕ। ਸਮੂਹਿਕ ਤੋਂ ਭਾਵ ਕੀ ਹੈ? ਸਮੂਹ ਦੇ ਵਿੱਚ, ਠੀਕ ਹੈ। ਵਿਅਕਤੀਗਤ ਅਤੇ ਸਮੂਹਿਕ ਗਤੀਵਿਧੀਆਂ ਦੇ ਸਾਰੇ ਖੇਤਰਾਂ ਵਿੱਚ ਜਿਹੜੀ ਉੱਤਮਤਾ ਅਤੇ ਉੱਨਤੀ ਦੇ ਰਸਤੇ 'ਤੇ ਚੱਲਣ ਦੀ ਪ੍ਰਜੋਰ ਆ ਜਿਹੜੀ ਇਹਦੇ ਵਿੱਚ ਮੰਗ ਕੀਤੀ ਗਈ ਆ, ਜਾਂ ਯਤਨ ਕਰੋ ਕਹਿੰਦੇ, ਜਿਸ ਨਾਲ ਰਾਸ਼ਟਰ ਨਿਰੰਤਰ ਚੜ੍ਹਤ ਅਤੇ ਤਰੱਕੀ ਦੀਆਂ ਉਚਾਈਆਂ ਨੂੰ ਛੂਹੇ। ਕਿਉਂਕਿ ਜੇਕਰ ਅਸੀਂ ਵਿਅਕਤੀਗਤ ਅਤੇ ਸਮੂਹਿਕ ਰੂਪ ਵਿੱਚ ਦੇਸ਼ ਦੀ ਉੱਨਤੀ ਲਈ ਜਿਹੜਾ ਵਿਕਾਸ ਪਾਵਾਂਗੇ ਤਾਂ ਸਾਡਾ ਜਿਹੜਾ ਵਿਕਾਸ ਆ ਉਹ ਇੱਕ ਦੇਸ਼ ਨੂੰ ਜਿਹੜਾ ਉੱਪਰ ਲੈ ਕੇ ਉੱਠੇਗਾ, ਠੀਕ ਹੈ। ਇਸ ਕਰਕੇ ਸਾਨੂੰ ਆਪਣੇ ਦੇਸ਼ ਪ੍ਰਤੀ ਕੀ ਹੋਣਾ ਚਾਹੀਦਾ? ਇੱਕ ਚੰਗੀ ਸੋਚ, ਠੀਕ ਆ, ਰੱਖਣੀ ਚਾਹੀਦੀ ਆ, ਅਤੇ ਜਿਸ ਕਰਕੇ ਜਿਹੜਾ ਆਪਣਾ ਸਾਰਾ ਰਾਸ਼ਟਰ ਜਿਹੜਾ ਉਹ ਤਰੱਕੀ ਦੀ ਰਾਹ ਵੱਲ ਵਧੇ। ਨੈਕਸਟ ਜਿਹੜਾ ਆਪਾਂ ਗੱਲ ਕਰ ਲਈਏ ਲਾਸਟ, ਜੇ ਹੁਣ ਤੱਕ ਆਪਾਂ ਜਿਹੜੇ 10 ਮੌਲਿਕ ਕਰਤੱਵ ਜਿਹੜੇ ਉਹ ਕਰ ਲਏ ਨੇ, ਅਤੇ ਜਿਹੜਾ 10ਵਾਂ ਜਿਹੜਾ ਸਾਡਾ ਮੌਲਿਕ ਕਰਤੱਵ ਆ ਉਹ ਕੀ ਆ? ਲਾਸਟ ਦੇ ਵਿੱਚ ਜੋੜਿਆ ਗਿਆ। ਦੇਖੋ ਕਿਹੜੀ ਸੋਧ ਰਾਹੀਂ ਜੋੜਿਆ ਗਿਆ ਸੀ? 86ਵੀਂ ਸੋਧ 1976 ਰਾਹੀਂ। 86ਵੀਂ 11ਵਾਂ, ਠੀਕ ਆ, ਆਪਣਾ ਸੌਰੀ 11ਵਾਂ ਜਿਹੜਾ ਕਰਤੱਵ ਆ 86ਵੀਂ ਸੋਧ ਆਪਣਾ ਜਿਹੜੀ 2002 ਦੇ ਵਿੱਚ ਹੋਈ ਸੀ। ਤਾਂ ਇਹ ਜਿਹੜਾ ਸਾਡਾ 11ਵਾਂ ਮੌਲਿਕ ਕਰਤੱਵ ਆ ਲਾਸਟ, ਤਾਂ ਇਹਦੇ ਵਿੱਚ ਕੀ ਗੱਲ ਕੀਤੀ ਗਈ ਆ ਵੀ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਦੀ ਜਿਹੜੀ ਪੜ੍ਹਾਈ ਪ੍ਰਤੀ ਜਿਹੜੇ ਆਪਣੇ ਮਾਪਿਆਂ ਨੂੰ ਅਵੇਅਰ ਹੋਣਾ ਚਾਹੀਦਾ ਗਾ। ਇਹ ਆਪਣਾ 11ਵਾਂ ਮੌਲਿਕ ਕਰਤੱਵ ਜੋੜਿਆ ਗਿਆ। ਹੁਣ ਦੇਖੋ ਇੱਥੇ ਕੁਐਸਚਨ ਕੀ ਬਣ ਸਕਦਾ ਪੇਪਰਾਂ ਦੇ ਵਿੱਚ। ਇੱਕ ਤਾਂ ਬਣੇਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਸਾਡਾ ਮੌਲਿਕ ਕਰਤੱਵ ਨਹੀਂ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਵੈਸੇ ਵੀ ਕਿਹੜੇ ਕਿਹੜੇ ਆਪਣੇ ਮੌਲਿਕ ਕਰਤੱਵ ਇਹ ਹੁੰਦੇ ਨੇ, ਬਟ ਆਪਾਂ ਕਈ ਵਾਰੀ ਸਕਿਪ ਕਰ ਜਾਂਦੇ ਹਾਂ ਮਾਈਂਡ ਦੇ ਵਿੱਚੋਂ। ਹੁਣ ਇੱਕ ਗੱਲ ਹੋਰ ਦੇਖਣ ਵਾਲੀ ਥੋੜ੍ਹੀ ਧਿਆਨ ਨਾਲ ਵੀ ਜਿਹੜੀਆਂ ਕਿਹੜੀਆਂ ਸੋਧਾਂ ਨੇ ਜਿਹੜੀਆਂ ਆਪਣੇ ਸੰਵਿਧਾਨ ਰਾਹੀਂ ਜਿਹੜੇ ਮੌਲਿਕ ਕਰਤੱਵ ਸ਼ਾਮਲ ਕੀਤੇ ਗਏ ਨੇ। ਜੇ ਕਿਤੇ ਦੋਨੇ ਪਾਸ ਦਾ ਐਗਜ਼ਾਮ ਮੇਰਾ ਕਈ ਵਾਰੀ ਮੈਂ ਨਵਾਂ ਕੁਐਸਚਨ ਬਣ ਸਕਦਾ। ਦੇਖੋ ਜਿਵੇਂ ਇੱਕ ਤਾਂ ਆਪਾਂ ਸੋਧ ਕੀਤੀ ਸੀ 42ਵੀਂ ਸੋਧ, 42ਵੀਂ ਸੋਧ ਜਿਹੜੀ 1976 ਰਾਹੀਂ ਆਪਾਂ ਐਡ ਕੀਤੇ ਨੇ ਮੌਲਿਕ ਕਰਤੱਵ। ਕਿੰਨੇ ਕੀਤੇ ਨੇ ਜੀ? ਇੱਥੇ 10। ਇੱਕ ਆਪਾਂ ਬਾਅਦ ਦੇ ਵਿੱਚ ਐਡ ਕੀਤਾ ਕਿਹੜੀ ਸੋਧ ਰਾਹੀਂ? 86ਵੀਂ ਸੋਧ 2002 ਰਾਹੀਂ। ਤਾਂ ਇਸ ਕਰਕੇ ਇੱਕ ਐਡ ਕਰਤਾ, ਟੋਟਲ ਕਿੰਨੇ ਹੋ ਗਏ ਜੀ? 11। ਤਾਂ ਇਹ ਸੀ ਜਿਹੜੇ ਅੱਜ ਸਾਡੇ 11 ਮੌਲਿਕ ਕਰਤੱਵ। ਆਈ ਥਿੰਕ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਅਤੇ ਜਿਹੜਾ ਅਗਲਾ ਆਪਾਂ ਨੈਕਸਟ ਟੌਪਿਕ ਜਿਹੜਾ ਕਰਾਂਗੇ ਉਹ ਕਰਾਂਗੇ ਆਪਾਂ ਭਾਰਤ ਦੀ ਜਿਹੜੀ ਸੈਂਟਰ ਗੌਰਮੈਂਟ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਅੱਜ ਦਾ ਜਿਹੜਾ ਹੈਗਾ ਸਾਡਾ ਮੌਲਿਕ ਕਰਤੱਵ ਜਿਹੜਾ ਚੈਪਟਰ ਸੀਗਾ, ਇਹਨੂੰ ਇੱਕ ਵਾਰ ਚੰਗੇ ਤਰੀਕੇ ਨਾਲ ਇਹਨੂੰ ਹੈਂਡਲ ਕਰੋ, ਕਿਉਂਕਿ 1 ਨੰਬਰ ਜਿਹੜਾ ਤੁਹਾਡਾ ਪੇਪਰਾਂ ਦੇ ਪੱਖੋਂ ਇਹ ਫ੍ਰੀ ਦਾ ਹੁੰਦਾ, ਕੋਈ ਬਹੁਤਾ ਔਖਾ ਟੌਪਿਕ ਨਹੀਂ ਹੈਗਾ। ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ। ਥੈਂਕ ਯੂ ਵੈਰੀ ਮੱਚ।